Students, वाहिगुरु जी का खालसा वाहिगुरु जी की फतेह. Students, today we will discuss our new topic, the sentence. What is sentence? Tell me beta. A sentence is a group of words which makes complete sense. What is sentence? कि ग्रुप ऑफ वर्ड्स ਨੂੰ ਆਪਾਂ ਇਕੱਠਾ ਕਰਕੇ ਇੱਕ ਵਰਡਸ ਨੂੰ ਇਕੱਠਾ ਕਰਕੇ ਉਹਦਾ ਆਪਾਂ ਇੱਕ ਵਾਕ ਬਣਾਉਂਦੇ ਹਾਂ. ਪੰਜਾਬੀ 'ਚ ਆਪਾਂ ਇਹਨੂੰ ਵਾਕ ਕਹਿ ਸਕਦੇ ਹਾਂ. ਠੀਕ ਆ, ਜਿੱਦਾਂ ਦੇਖੋ ਰਾਮ ਇਜ਼ ਗੋਇੰਗ ਟੂ ਸਕੂਲ. ਰਾਮ ਇੱਕ ਵਰਡ ਹੋ ਗਿਆ, ਇਜ਼ ਹੋ ਗਿਆ, ਗੋਇੰਗ ਹੋ ਗਿਆ, ਟੂ ਹੋ ਗਿਆ, ਸਕੂਲ ਹੋ ਗਿਆ. ਅਤੇ ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਇਕੱਠਾ ਕੀਤਾ ਇਹਨਾਂ ਨੂੰ ਅਤੇ ਕੀ ਹੋ ਗਿਆ, ਇਹ ਇੱਕ ਸੈਂਟੈਂਸ ਹੋ ਗਿਆ. ਅਤੇ ਜਿਹਦੇ ਤੋਂ ਆਪਾਂ ਨੂੰ ਕੀ ਮਿਲਦਾ ਹੈ, ਮੀਨਿੰਗਫੁਲ ਇੱਕ ਸੈਂਟੈਂਸ ਮਿਲਦਾ. ਆਪਾਂ ਨੂੰ ਇਹਦੀ ਸਮਝ ਆਉਂਦੀ ਹੈ ਕਿ ਹਾਂ ਕੀ ਕਿਹਾ ਗਿਆ ਹੈ, ਰਾਮ ਇਜ਼ ਗੋਇੰਗ ਟੂ ਸਕੂਲ. ਓਕੇ. ਡੂ ਨੋਟ ਸਪਿਟ ਔਨ ਦੀ ਫਲੋਰ. ਹੁਣ ਇਹ ਵੀ ਆਪਾਂ ਨੂੰ ਕਲੀਅਰ ਹੋ ਰਿਹਾ ਹੈ ਕਿ ਸਪਿਟ ਹੁੰਦਾ ਬੇਟਾ ਥੁੱਕਣਾ, ਕਿ ਫਲੋਰ 'ਤੇ ਮਤਲਬ ਥੱਲੇ ਇੱਦਾਂ ਸੁੱਟੋ, ਥੁੱਕੋ ਨਾ. ਠੀਕ ਆ. ਅਤੇ ਆਲ ਦੀਜ਼ ਆਰ sentences. Okay, you have to read it. Next, forms of sentences. Sentences can be classified into 5 important types according to the functions they perform. ਜਿਹੜਾ sentences ਹੈਗੇ ਆ ਇਹ ਕਿੰਨੇ 5 ਦੇ ਵਿੱਚ 5 ਪਾਰਟਸ ਦੇ ਵਿੱਚ they are divided. First one is adjective sentence, interrogative sentence, imperative sentence, exclamatory sentence, optative sentence. Okay beta, now we will discuss one by one. What is assertive sentence? An assertive sentence is the one that makes a statement or assertion. It may be affirmative, positive or negative. An assertive sentence ends with a period, full stop. ਕੀ ਹੈ ਬੇਟਾ, ਜਿਹੜਾ ਐਜ਼ਟਿਵ ਸੈਂਟੈਂਸ ਹੁੰਦਾ ਹੈ ਉਹ ਕੀ ਹੁੰਦਾ, ਜਿੱਦਾਂ ਆਪਾਂ ਇੱਕ ਜਨਰਲ ਸਟੇਟਮੈਂਟ ਕਹਿ ਲਓ, ਆਪਾਂ ਜਿਹੜੀ ਨੋਰਮਲ ਜੀ ਗੱਲ ਕਰਦੇ ਹਾਂ. ਠੀਕ ਹੈ, ਜਨਰਲ ਸਟੇਟਮੈਂਟ ਹੋਵੇ ਜਿੱਦਾਂ ਵੀ ਲਵ ਆਵਰ ਕੰਟਰੀ. ਨੋਰਮਲ ਸਟੇਟਮੈਂਟ ਹੈ ਕਿ ਜਨਰਲ ਸਟੇਟਮੈਂਟ ਹੈ ਕਿ ਹਾਂ ਵੀ ਲਵ ਆਵਰ ਕੰਟਰੀ. ਸੋ ਦਿਸ ਇਜ਼ ਕਾਲਡ ਐਜ਼ਟਿਵ ਸੈਂਟੈਂਸ. ਐਂਡ ਐਜ਼ਟਿਵ ਦੇ ਵਿੱਚ 2 ਟਾਈਪਸ ਹੁੰਦੇ ਆ, ਵਨ ਇਜ਼ ਪੋਜ਼ੀਟਿਵ ਐਂਡ ਅਦਰ ਇਜ਼ ਨੈਗੇਟਿਵ. ਅਤੇ ਤੁਹਾਨੂੰ ਇਹ ਤੋਂ ਸਮਝ ਹੀ ਆ ਰਿਹਾ, ਪੋਜ਼ੀਟਿਵ ਹੈ ਅਤੇ ਨੈਗੇਟਿਵ ਦੇ ਵਿੱਚ ਕੀ ਹੋਏਗਾ, ਨੋਟ. ਜਿੱਥੇ ਨੋਟ ਲੱਗਾ, ਹੁਣ ਦੇਖੋ ਹੁਣ ਸ਼ੀ ਸਪੀਕਸ ਦੀ ਟਰੁੱਥ. ਠੀਕ ਹੈ, ਉਹ ਸੱਚ ਬੋਲਦੀ ਆ. ਇੱਕ ਜਨਰਲ ਸਟੇਟਮੈਂਟ ਹੈਗੀ ਆ, ਇਹ ਕੀ ਹੋ ਗਿਆ, ਐਫਰਮੇਟਿਵ. ਹੁਣ ਆਈ ਡੂ ਨੋਟ ਲਾਈਕ ਦਿਸ ਪਿਕਚਰ, ਹੁਣ ਇਹਦੇ ਵਿੱਚ ਨੋਟ ਆ ਗਿਆ, ਦੈਟ ਮੀਨਸ ਨੈਗੇਟਿਵ. ਰਾਕੇਸ਼ ਡਜ਼ ਨੋਟ ਸਮੋਕ, ਨੋਟ ਆ ਗਿਆ, ਨੈਗੇਟਿਵ. ਓਕੇ. ਐਂਡ ਬੇਟਾ ਐਜ਼ਟਿਵ ਸੈਂਟੈਂਸ ਆਲਸੋ ਕਾਲਡ ਡਿਕਲੈਰੇਟਿਵ ਐਂਡ ਐਫਰਮੇਟਿਵ. ਡੋਂਟ ਬੀ ਕਨਫਿਊਜ਼ ਕਿ ਅਗਰ ਤੁਹਾਨੂੰ ਕੋਈ ਪੁੱਛੇਗਾ ਕਿ ਵਾਟ ਇਜ਼ ਡਿਕਲੈਰੇਟਿਵ ਸੈਂਟੈਂਸ, ਅਤੇ ਇਹ ਨਾ ਕਿਉਂਕਿ ਸਾਨੂੰ ਪੜ੍ਹਾਇਆ ਨਹੀਂ ਹੈਗਾ ਬੇਟਾ, ਐਜ਼ਟਿਵ ਸੈਂਟੈਂਸ ਨੂੰ ਆਪਾਂ ਡਿਕਲੈਰੇਟਿਵ ਸੈਂਟੈਂਸ ਵੀ ਕਹਿੰਦੇ ਹੈਗੇ ਹਾਂ. ਠੀਕ ਹੈ. ਅਤੇ ਅਫਰਮੇਟਿਵ ਉਹਦਾ ਟਾਈਪ ਹੈਗਾ, ਅਤੇ ਅਫਰਮੇਟਿਵ ਨੂੰ ਆਪਾਂ ਪੋਜ਼ੀਟਿਵ ਵੀ ਕਹਿ ਲੈਂਦੇ ਹਾਂ. ਹੁਣ ਇੱਥੇ ਜਿੱਦਾਂ ਅਫਰਮੇਟਿਵ ਲਿਖਿਆ, ਆਪਾਂ ਇੱਥੇ ਪੋਜ਼ੀਟਿਵ ਵੀ ਲਿਖ ਸਕਦੇ ਹਾਂ. ਇਟਸ ਸੇਮ ਮੀਨਿੰਗ. ਠੀਕ ਹੈ ਬੇਟਾ, ਡੋਂਟ ਬੀ ਕਨਫਿਊਜ਼. ਔਰ ਐਜ਼ਟਿਵ ਸੈਂਟੈਂਸ ਕੀ ਹੁੰਦਾ ਹੈ ਕਿ ਐਂਡ ਵਿਦ ਦ ਫੁੱਲ ਸਟੋਪ. ਯੂ ਨੋ ਐਜ਼ਟਿਵ ਸੈਂਟੈਂਸ ਫੁੱਲ ਸਟੋਪ ਦੇ ਬਾਅਦ, ਫੁੱਲ ਸਟੋਪ ਦੇ ਨਾਲ ਐਂਡ ਹੁੰਦਾ ਹੈ. ਠੀਕ ਹੈ. ਨੈਕਸਟ ਇਜ਼ ਇੰਟਰੋਗੇਟਿਵ ਸੈਂਟੈਂਸ. ਯੂ ਆਲ ਨੋ an interrogative sentence is the one which asks a question. When we put questions, that is called interrogative sentence. Where is my book, question mark. Interrogative sentence ਦੇ ਬਾਅਦੋਂ question mark, it's a compulsory. Okay. Why do you scold the child? ਤੁਸੀਂ ਬੱਚੇ ਨੂੰ ਗੁੱਸਾ ਕਿਉਂ ਕੀਤਾ, ਸਕੋਲਡ ਹੁੰਦਾ ਗੁੱਸਾ ਕਰਨਾ, ਤੁਸੀਂ ਗੁੱਸਾ ਕਿਉਂ ਕੀਤਾ. ਠੀਕ ਹੈ. why ਜਦੋਂ ਆਪਾਂ ਕੋਈ ਕੁਐਸਚਨ ਪੁੱਟ ਕਰਦੇ ਹਾਂ, that sentence is called interrogative sentence. Okay beta. Now imperative sentence. An imperative sentence is the one which expresses a command, a request, an advice or an entreaty. Okay. ਜਦੋਂ ਇੰਪੈਰੇਟਿਵ ਸੈਂਟੈਂਸ ਬੇਟਾ ਕੀ ਹੁੰਦੇ ਆ, ਜਦੋਂ ਆਪਾਂ ਕਿਸੇ ਨੂੰ ਕਮਾਂਡ ਕਰਦੇ ਹਾਂ, ਆਪਾਂ ਰਿਕੁਐਸਟ ਕਰਦੇ ਹਾਂ ਜਾਂ ਕਿਸੇ ਨੂੰ ਐਡਵਾਈਸ ਕਰਦੇ ਹਾਂ. ਅਤੇ ਐਂਟ੍ਰੀਟੀ ਦਾ ਮਤਲਬ ਬੇਟਾ ਹੁੰਦਾ ਹੰਬਲ ਰਿਕੁਐਸਟ, ਮਤਲਬ ਬੜੇ ਪਿਆਰ ਦੇ ਨਾਲ, ਬੜੀ ਰਿਕੁਐਸਟ ਦੇ ਨਾਲ ਉਹਨੂੰ ਕਹਿੰਦੇ ਹਾਂ. ਦੈਟ ਆਲ ਇਜ਼ ਕਾਲਡ ਇੰਪੈਰੇਟਿਵ ਸੈਂਟੈਂਸ. ਫੋਰ ਐਗਜ਼ਾਮਪਲ, ਸ਼ਟ ਦੀ ਫਰੰਟ ਡੋਰ. ਸ਼ਟ ਦੀ ਫਰੰਟ ਡੋਰ ਆਪਾਂ ਕਿਸੇ ਨੂੰ ਕਮਾਂਡ ਕੀਤੀ ਆ, ਇਹ ਕਮਾਂਡ ਆ. ਸੋ ਇਟ ਇਜ਼ ਕਾਲਡ ਇੰਪੈਰੇਟਿਵ ਸੈਂਟੈਂਸ. ਫਾਈਂਡ ਮਾਈ ਲੈਦਰ ਜੈਕਟ. ਫਾਈਂਡ ਮਤਲਬ ਆਪਾਂ ਕਿਸੇ ਨੂੰ ਔਡਰ ਕੀਤਾ, ਕਮਾਂਡ ਦਿੱਤੀ ਹੈ ਕਿਸੇ ਨੂੰ, ਔਡਰ ਹੋ ਗਿਆ, ਕਮਾਂਡ ਹੋ ਗਿਆ. ਠੀਕ ਹੈ. ਆਪਾਂ ਕਿਸੇ ਨੂੰ ਔਡਰ ਕਰਦੇ ਹਾਂ ਜਾਂ ਕਮਾਂਡ ਕਰਦੇ ਹਾਂ.
ठीक है। हुण एंटिटी कह लो वेट फॉर मी, आपां रिक्वेस्ट की है कि मेरी वेट करो। एडवाइस मेक श्योर यू पैक वार्म क्लोथ्स, कि तुसी गर्म कपड़े भी पैक कर लो, ये आपां किसी नूं सलाह दित्ती है। ठीक है, ये बच्चे सारे सेंटेंस तुसीं ध्यान दे नाल एक बारी रीडिंग जरूर ले लिओ। ठीक है। नैक्सट एक्सक्लेमेटरी सेंटेंस। An exclamatory sentence makes a statement that conveys some sudden strong emotion or excitement. बेटा एक्सक्लेमेटरी सेंटेंस किहड़े हुंदे आ जदों आपां कोई सडनली अचानक तो कोई आपां नूं मतलब अनएक्सपैक्टेड कोई न्यूज़ आपां नूं मिलदी आ, वैदर इट इज़ हैप्पी मतलब कि हैप्पीनैस वाली है जां वो सैडनैस वाली हैगी आ, आपां नूं इहो जी कोई न्यूज़ मिलदी है तो अपनी जिहड़ी एक्सप्रैशनस अपनी जिहड़ी फीलिंग आउंदी आपां नूं एक्सप्रैस करदे आ, दैट इज़ कॉल्ड एक्सक्लेमेटरी सेंटेंस। फॉर एग्जाम्पल हे आई हैव गॉट दी फिल्म टिकट्स, कि हाय मैनू मतलब कि खुश हो गए कि हाँ मैनू फिल्म के टिकट्स मिल गए हैगे आ। ठीक है, मतलब कोई भी आपां मतलब सैड टाइम दे विच उदास टाइम दे विच जां हैप्पीनैस दे विच आपां जो एक्सप्रैस आपां करदे आ दैट इज़ कॉल्ड एक्सक्लेमेटरी। एंड इन एक्सक्लेमेटरी दिस साइन इज़ मस्ट। ओके, it is called exclamation mark. Now next is optative sentence. An optative sentence expresses a prayer, keen wish, cause or etc. This kind of sentence generally starts with may or wish. Sometimes may remains hidden. बेटा ऑप्टेटिव सेंटेंस वो होंदे आ जदों आपां किसी वास्ते दुआ करते हैं, किसी नूं आपां ब्लैसिंग्स दिंदे आ ना कि परमात्मा तेरी लंबी उम्र करे, परमात्मा तेनूं तरक्की बख्शे। दीज ऑल आर कॉल्ड ऑप्टेटिव सेंटेंस। जां आपां किसी नूं कहंदे ना कि बदुआ दिंदे आ, कर्ज। ठीक है, किसी नूं कर्ज हुंदा, किसी नूं बदुआ देनी, तो जदों अपने मूँह च जो निकलदा वो मतलब जिहड़ा हुंदा है ऑप्टेटिव सेंटेंस हुंदा है। फॉर एग्जाम्पल मे यू लिव लॉन्ग, परमात्मा तेरी उम्र लंबी करे। लॉन्ग लिव दी किंग, कि मतलब राजे दी लंबी उम्र होवे। ठीक है, तो मोस्टली जिहड़े सेंटेंस हुंदे आ मे या विश तो स्टार्ट हुंदे आ, और इहदे विच भी जिहड़ा हैगा ये वाला साइन जिहड़ा एक्सक्लेमेशन दा इट इज़ मस्ट। ओके, नाउ नैक्सट पॉइंट्स टू रिमेंबर, जिहड़ियां चीज़ां बेटा तुसीं ध्यान दे विच रखणियां। एवरी सेंटेंस बिगिनस विद ए कैपिटल लैटर। यू नो ऑलरेडी कि जिहड़ा अपना फर्स्ट सेंटेंस का लैटर हैगा ये ऑलवेज कैपिटल होना चाहिए है। ठीक है बेटा, ए फुल स्टॉप और पीरियड इज़ प्लेस, फुल स्टॉप तो पीरियड सेम मीनिंग हैगा, इज़ प्लेस एट द एंड ऑफ एवरी इंपैरेटिव और एजेटिव। जिहड़े इंपैरेटिव सेंटेंस ते एजेटिव सेंटेंस हैगे आ उन्हां दे लास्ट दे विच बेटा फुल स्टॉप लगेगा। A mark of exclamation is placed at the end of every optative or exclamatory sentence. Optative ते exclamatory sentence दे बाद चों optative लगेगा। A question mark is placed at the end of every interrogative sentence. ते interrogative sentence दे विच की लगेगा, exclamation mark लगेगा। I hope बेटा तुहानूं ये क्लीयर हो गया होएगा। सो बेटा हुण तुसीं एक्टिविटी 6 जिहड़ी हैगी है यू ट्राई योर सैल्फ कि इनू अपने आप कोशिश करनी आ तुसीं खुद सॉल्व करो। ठीक है, एंड बेटा तुसीं आ वाले जिहड़े सेंटेंस दित्ते हो गए आ इन्हां नूं तुसीं केयरफुली जिहड़ा हैगा एक रीडिंग लो सो दैट कि तुहाडा कंसैप्ट जिहड़ा हैगा क्लीयर हो जाए। ठीक है बेटा, आ देखो आ हो गया पेज नंबर 9 हो गया, दैन पेज नंबर 11 हो गया। ये बेटा तुसीं इन्हां दी ध्यान दे नाल इन्हां दी रीडिंग लैनी हैगी बेटा। ठीक है बेटा, थैंक यू, हैव ए नाइस डे।